ओम शांति। आज सुनते हाँ 15 नवंबर 2024 ਦੇ ਬਾਬਾ ਦੇ ਸਾਕਾਰ ਮਹਾਵਾਕ। ਬਾਬਾ ਬੋਲੇ, ਮਿੱਠੇ ਬੱਚੇ ਆਪਣੀ ਜਾਂਚ ਕਰੋ ਕਿੰਨਾ समय ਬਾਪ ਦੀ ਸਮ੍ਰਿਤੀ ਰਹਿੰਦੀ ਹੈ, ਕਿਉਂਕਿ ਸਮ੍ਰਿਤੀ ਵਿੱਚ ਹੈ ਹੀ ਫਾਇਦਾ, ਵੀ ਸਮ੍ਰਿਤੀ ਵਿੱਚ ਹੈ ਘਾਟਾ। ਪ੍ਰਸ਼ਨ ਹੈ, ਇਸ ਪਾਪ ਆਤਮਾਵਾਂ ਦੀ ਦੁਨੀਆ ਵਿੱਚ ਕਿਹੜੀ ਗੱਲ ਬਿਲਕੁਲ ਅਸੰਭਵ ਹੈ ਤੇ ਕਿਉਂ? ਇਸ ਪਾਪ ਆਤਮਾਵਾਂ ਦੀ ਦੁਨੀਆ ਵਿੱਚ ਕਿਹੜੀ ਗੱਲ ਬਿਲਕੁਲ ਅਸੰਭਵ ਹੈ, ਕਿਉਂ? ਉੱਤਰ, ਇੱਥੇ ਕੋਈ ਕਵੇ ਅਸੀਂ ਪੂਰਨ ਆਤਮਾ ਹਾਂ। ਇਹ ਬਿਲਕੁਲ ਅਸੰਭਵ ਹੈ, ਕਿਉਂਕਿ ਦੁਨੀਆ ਹੀ ਕਲਯੁਗ ਤਮੋ ਪ੍ਰਧਾਨ ਹੈ। ਮਨੁੱਖ ਜਿਸ ਨੂੰ ਪੁੰਨ ਦਾ ਕੰਮ ਸਮਝਦੇ, ਉਹ ਵੀ ਪਾਪ ਹੋ ਜਾਂਦਾ ਹੈ, ਕਿਉਂਕਿ ਹਰ ਕਰਮ ਵਿਕਾਰਾਂ ਦੇ ਵਸ਼ ਹੋ ਕੇ ਕਰਦੇ ਨੇ। ਓਮ ਸ਼ਾਂਤੀ। ਇਹ ਤਾਂ ਬੱਚੇ ਸਮਝਦੇ ਹੋਣਗੇ। ਹੁਣ ਅਸੀਂ ਬ੍ਰਹਮਾ ਦੇ ਬੱਚੇ, ਬ੍ਰਹਮਾ ਕੁਮਾਰ ਕੁਮਾਰੀਆਂ ਹਾਂ, ਫਿਰ ਬਾਅਦ ਵਿੱਚ ਬਣਦੇ ਹਾਂ ਦੇਵੀ ਦੇਵਤਾ। ਇਹ ਤਾਂ ਤੁਸੀਂ ਹੀ ਸਮਝਦੇ ਹੋ, ਦੂਜਾ ਕੋਈ ਨਹੀਂ ਸਮਝਦਾ। ਤੁਸੀਂ ਜਾਣਦੇ ਹੋ ਅਸੀਂ ਬ੍ਰਹਮਾ ਕੁਮਾਰ ਕੁਮਾਰੀਆਂ ਬੇਖਤ ਦੀ ਪੜ੍ਹਾਈ ਪੜ੍ਹ ਰਹੇ ਹਾਂ। 84 ਜਨਮਾਂ ਦੀ ਪੜ੍ਹਾਈ ਵੀ ਪੜ੍ਹਦੇ, ਸ੍ਰਿਸ਼ਟੀ ਚੱਕਰ ਦੀ ਪੜ੍ਹਾਈ ਵੀ ਪੜ੍ਹਦੇ। ਫਿਰ ਤੁਹਾਨੂੰ ਇਹ ਸਿੱਖਿਆ ਮਿਲਦੀ ਹੈ ਪਵਿੱਤਰ ਬਣਨਾ ਹੈ। ਇੱਥੇ ਬੈਠੇ ਤੁਸੀਂ ਬੱਚੇ ਬਾਪ ਨੂੰ ਯਾਦ ਜ਼ਰੂਰ ਕਰਦੇ ਹੋਗੇ ਪਾਵਨ ਬਣਨ ਦੇ ਲਈ। ਆਪਣੇ ਦਿਲ ਤੋਂ ਪੁੱਛੋ, ਸੱਚ ਸੱਚ ਅਸੀਂ ਬਾਪ ਦੀ ਯਾਦ ਵਿੱਚ ਬੈਠੇ ਸੀ ਜਾਂ ਮਾਇਆ ਰਾਵਣ ਬੁੱਧੀ ਨੂੰ ਹੋਰ ਪਾਸੇ ਲੈ ਗਈ? ਬਾਪ ਨੇ ਕਿਹਾ ਮੰਮੀ ਕਮ ਯਾਦ ਕਰੋ ਤਾਂ ਪਾਪ ਕੱਟਣਗੇ। ਆਪਣੇ ਆਪ ਤੋਂ ਪੁੱਛਣਾ ਹੈ, ਅਸੀਂ ਬਾਪ ਦੀ ਯਾਦ ਵਿੱਚ ਰਹੇ ਜਾਂ ਬੁੱਧੀ ਕਿੱਥੇ ਚਲੀ ਗਈ? ਸਮ੍ਰਿਤੀ ਰਹਿਣੀ ਚਾਹੀਦੀ ਹੈ। ਕਿੰਨਾ ਸਮੇਂ ਅਸੀਂ ਬਾਪ ਦੀ ਯਾਦ ਵਿੱਚ ਰਹੇ, ਕਿੰਨਾ ਸਮੇਂ ਸਾਡੀ ਬੁੱਧੀ ਕਿੱਥੇ ਕਿੱਥੇ ਗਈ? ਆਪਣੀ ਅਵਸਥਾ ਨੂੰ ਦੇਖੋ। ਜਿੰਨਾ ਟਾਈਮ ਬਾਪ ਨੂੰ ਯਾਦ ਕਰੋਗੇ ਉਸ ਨਾਲ ਪਾਵਨ ਬਣੋਗੇ। ਜਮਾ ਤੇ ਨਾਂ ਦਾ ਵੀ ਪੋਤਾ ਮੇਲ ਰੱਖਣਾ ਹੈ। ਆਦਤ ਹੋਵੇਗੀ ਤਾਂ ਯਾਦ ਵੀ ਰਹੇਗਾ, ਲਿਖਦੇ ਵੀ ਰਹੋਗੇ। ਡਾਇਰੀ ਤਾਂ ਸਭ ਦੇ ਪੋਕਟ ਵਿੱਚ ਰਹਿੰਦੀ ਹੀ ਹੈ। ਜੋ ਵੀ ਵਪਾਰ ਵਾਲੇ ਹੁੰਦੇ ਨੇ ਉਹਨਾਂ ਦੀ ਹੈ ਹੱਥ ਦੀ ਡਾਇਰੀ, ਤੁਹਾਡੀ ਹੈ ਬੇਖਤ ਦੀ ਡਾਇਰੀ। ਤੁਹਾਨੂੰ ਆਪਣਾ ਚਾਰਟ ਨੋਟ ਕਰਨਾ ਹੈ। ਬਾਪ ਦਾ ਫਰਮਾਨ ਹੈ ਧੰਦਾਰ ਆਦਿ ਸਭ ਕੁਝ ਕਰੋ, ਪਰ ਕੁਝ ਸਮੇਂ ਨਿਕਾਲ ਕੇ ਮੈਨੂੰ ਯਾਦ ਕਰੋ। ਆਪਣੇ ਪੋਤਾ ਮੈਨੂੰ ਦੇਖ ਫਾਇਦਾ ਵਧਾਉਂਦੇ ਜਾਓ, ਘਾਟਾ ਨਾ ਪਾਓ। ਤੁਹਾਡੀ ਯੁੱਧ ਹੈ ਨਾ, ਸੈਕਿੰਡ ਵਿੱਚ ਫਾਇਦਾ, ਸੈਕਿੰਡ ਵਿੱਚ ਘਾਟਾ। ਝਟ ਮਾਲੂਮ ਪੈ ਜਾਂਦਾ ਅਸੀਂ ਫਾਇਦਾ ਕੀਤਾ ਜਾਂ ਘਾਟਾ। ਤੁਸੀਂ ਵਪਾਰੀ ਹੋ ਨਾ, ਕੋਈ ਵਿਰਲਾ ਇਹ ਵਪਾਰ ਕਰੇ। ਸਮ੍ਰਿਤੀ ਨਾਲ ਹੈ ਫਾਇਦਾ, ਵੀ ਸਮ੍ਰਿਤੀ ਨਾਲ ਹੈ ਘਾਟਾ। ਇਹ ਆਪਣੀ ਜਾਂਚ ਕਰਨੀ ਹੈ। ਜਿਸ ਨੂੰ ਉੱਚ ਪਦ ਪਾਣਾ ਹੈ ਉਸ ਨੂੰ ਹੋਣਾ ਰਹਿੰਦਾ ਹੈ। ਦੇਖੀਏ ਅਸੀਂ ਕਿੰਨਾ ਸਮੇਂ ਵੀ ਸਮ੍ਰਿਤੀ ਵਿੱਚ ਰਹੇ। ਇਹ ਤੁਸੀਂ ਬੱਚੇ ਜਾਣਦੇ ਹੋ। ਸਾਰੀ ਆਤਮਾਵਾਂ ਦਾ ਬਾਪ ਪਤਿਤ ਪਾਵਨ ਹੈ। ਅਸੀਂ ਅਸਲ ਵਿੱਚ ਆਤਮਾਵਾਂ ਹਾਂ। ਆਪਣੇ ਘਰ ਤੋਂ ਇੱਥੇ ਆਏ ਹਾਂ। ਸਰੀਰ ਲੈ ਕੇ ਪਾਠ ਵਜਾਉਂਦੇ ਹਾਂ। ਸਰੀਰ ਵਿਨਾਸ਼ੀ ਹੈ, ਆਤਮਾ ਵਿਨਾਸ਼ੀ ਹੈ। ਸੰਸਕਾਰ ਵੀ ਆਤਮਾ ਵਿੱਚ ਰਹਿੰਦੇ ਨੇ। ਬਾਬਾ ਪੁੱਛਦੇ ਨੇ, ਇਹ ਆਤਮਾ ਯਾਦ ਕਰੋ ਇਸ ਜਨਮ ਦੇ ਛੋਟੇਪਨ ਤੋਂ ਕੋਈ ਉਲਟਾ ਕੰਮ ਤਾਂ ਨਹੀਂ ਕੀਤਾ? ਯਾਦ ਕਰੋ 3-4 ਵਰਸ਼ ਤੋਂ ਲੈ ਕੇ ਯਾਦ ਤਾਂ ਰਹਿੰਦੀ ਹੈ ਨਾ। ਅਸੀਂ ਛੋਟੇਪਨ ਵਿੱਚ ਕਿਵੇਂ ਬਿਤਾਇਆ, ਕੀ ਕੀਤਾ? ਕੋਈ ਵੀ ਗੱਲ ਦਿਲ ਅੰਦਰ ਖਾਂਦੀ ਤਾਂ ਨਹੀਂ? ਯਾਦ ਕਰੋ ਸਤਿਯੁਗ ਵਿੱਚ ਪਾਪ ਕਰਮ ਹੁੰਦੇ ਨਹੀਂ ਤਾਂ ਪੁੱਛਣ ਦੀ ਵੀ ਦਰਕਾਰ ਨਹੀਂ। ਇੱਥੇ ਪਾਪ ਹੀ ਹੁੰਦੇ ਨੇ। ਮਨੁੱਖ ਜਿਸ ਨੂੰ ਪੁੰਨ ਦਾ ਕੰਮ ਸਮਝਦੇ, ਉਹ ਵੀ ਪਾਪ ਹੀ ਹੈ। ਇਹ ਹੈ ਹੀ ਪਾਪ ਆਤਮਾਵਾਂ ਦੀ ਦੁਨੀਆ। ਤੁਹਾਡੀ ਲੈਣ ਦੇਣ ਵੀ ਪਾਪ ਆਤਮਾਵਾਂ ਨਾਲ ਹੈ। ਪੁੰਨ ਆਤਮਾ ਇੱਥੇ ਹੈ ਨਹੀਂ। ਪੁੰਨ ਆਤਮਾਵਾਂ ਦੀ ਦੁਨੀਆ ਵਿੱਚ ਇੱਕ ਵੀ ਪਾਪ ਆਤਮਾ ਨਹੀਂ। ਪਾਪ ਆਤਮਾਵਾਂ ਦੀ ਦੁਨੀਆ ਵਿੱਚ ਇੱਕ ਵੀ ਪੁੰਨ ਆਤਮਾ ਨਹੀਂ ਹੋ ਸਕਦੀ। ਜਿਨ੍ਹਾਂ ਗੁਰੂਆਂ ਦੇ ਚਰਨਾਂ ਵਿੱਚ ਗਿਰਦੇ ਨੇ ਉਹ ਵੀ ਕੋਈ ਪੁੰਨ ਆਤਮਾ ਨਹੀਂ ਨੇ। ਇਹ ਤਾਂ ਹੈ ਹੀ ਕਲਯੁਗ, ਸੋ ਵੀ ਤਮੋ ਪ੍ਰਧਾਨ।
ऐस विच कोई पुण्य आत्मा होना असंभव है। पुण्य आत्मा बनन दे लई बाप नूं बुलांदे ने, आओ आके सानू पावन आत्मा बनाओ। एवें नहीं, कोई बहुत दान पुण्य आदि करते, धर्मशाला आदि बनांदे, ओ कोई पुण्य आत्मा है नहीं। नहीं, शादी आदि दे लई हाल आदि बनांदे, ये कोई पुण्य थोड़ी है। ये समझण दियां गल्लां ने। ये है रावण राज। पाप आत्मावां दी आसुरी दुनिया। इन्हां गल्लां नूं तुहाडे सिवाय कोई नहीं जानदा। रावण भले है पर उसनूं पछाणदे थोड़ी ने। शिव दा चित्र भी है पर पछाणदे नहीं। वड्डे वड्डे शिवलिंग बनांदे, फिर कह दिंदे ओ तां नाम रूप तो न्यारा है, सर्वव्यापी है। इसलिए बाप ने कहा, यदा यदा ही धर्मस्य गलानी भवती भारत। भारत विच शिव बाबा दी गलानी हुंदी है। जो बाप तुहानू विश्व दा मालिक बनांदे, तुसी मनुख मत ते चल उन्हां दी किन्नी गलानी करते हो। मनुख मत ईश्वरी मत दा किताब भी है ना, ये भी तुसी जानते हो। समझदे हो असी श्रीमत ते देवता बनते हाँ, रावण मत ते फिर आसुरी मनुख बन जाते हाँ। मनुख मत नू आसुरी मत कहा जाएगा। आसुरी करतव्य ही करते रहंदे। मूल गल ईश्वर नू सर्वव्यापी कह देंदे। कच्छ अवतार मच्छ अवतार किन्ने आसुरी छीछी बन गए ने। तुहाडी आत्मा कच्छ मच्छ अवतार नहीं लैंदी, मनुख तन विच ही आंदी है। हुण तुसी समझदे हो असी कोई कच्छ मच्छ थोड़ी बनदे हाँ, 84 लाख योनियां थोड़ी लैंदे हाँ। हुण तुहानू बाप दी श्रीमत मिलदी है, बच्चे तुसी 84 जन्म लैंदे हो। 84 ते 84 लाख दा की परसेंटेज कहांगे? झूठ ता पूरा झूठ, सच दी रत्ती नहीं। ऐसा अर्थ समझना चाहिदा है। भारत दा हाल देखो की है। भारत सचखंड सी, जिसनू हैवन कहा जांदा सी। अद्धा कलप है रामराज, अद्धा कलप है रावण राज। रावण राज नू आसुरी संप्रदाय कहांगे। किन्ना वड्डा अक्षर है, कड़ा अक्षर है। अद्धा कलप देवताओं दा राज चलदा है। बाबा ने समझाया, दी लक्ष्मी नारायण दी फर्स्ट सैकेंड दी थर्ड कहा जांदा। जिवें एडवर्ड इंग्लैंड दा राजा एडवर्ड फर्स्ट सैकेंड हुंदा है ना, पहली पीढ़ी दूजी पीढ़ी एवें चलदी है। तुहाडा भी पहले हुंदा सूरजवंशी राज, फिर चंद्रवंशी राज। बाप ने आके ड्रामा दा राज चंगी तरह समझाया है। तुहाडे शास्त्रां विच ये गल्लां नहीं सी। कोई कोई शास्त्रां विच थोड़ी थोड़ी लकीर लगाई हुई है, पर उस समय जिन्हां ने किताब बनाए उन्हां ने कुछ समझिया नहीं। बाप भी उस समय बनारस गए सी, ब्रह्मा बाप भी। ये दुनिया चंगी नहीं लगदी सी। उत्थे सारी दीवारां ते लकीरां बैठ लगांदे सी। बाप ये सब करांदे सी, पर असी तां ब्रह्मा बाबा कहंदी शिव बाबा करांदे सी, पर असी तां उस समय बच्चे सी ना, पूरी समझ नहीं आंदा सी। बस कोई है जो साडे तो करा रहा है। विनाश देखिया तां अंदर विच खुशी भी सी। रात नूं सोंदे सी तां जिवें उड़दे रहिंदे सी, पर समझ कुछ नहीं आंदा सी। एवें एवें लकीरां खिचदे रहिंदे सी। कोई ताकत है जिसने प्रवेश किया। वंडर खांदे सी। पहले तां धंधा आदि करदे सी, फिर की होया, कोई नूं देखदे सी झट ध्यान विच चले जांदे सी। कहंदे सी इह की हुंदा है। जिस नूं देखदा हां उस दी अखां बंद हो जांदियां ने। पुछदे सी की देखिया, कहंदे सी वैकुंठ देखिया, सन कृष्ण नूं देखिया। ये सब समझण दियां गल्लां होईयां ना। इसलिए सब कुछ छोड़ के बनारस चले गए। समझण दे लई सारा दिन बैठा रहिंदा सी। पेंसिल दीवार होर कोई धंधा नहीं। बेबी सी ना, बच्चे सी ना। एवें एवें जदों देखिया समझिया हुणे कुछ करना नहीं, धंधा आदि छड्डना पवेगा। खुशी सी, गदाई छड्डनी है। रावण राज है ना, रावण ते गधे दा सिर दिखांदे ने ना। ख्याल होया ये रजाई नहीं, ये तां गदाई है। गधे नूं घड़ी घड़ी मिट्टी विच लथेड़ के धोबी दे कपड़े सब खराब कर दिंदा है ना। बाप भी कहंदे ने तुसी की सी, हुण तुहाडी अवस्था की हो गई है। ये बाप भी समझांदे, दादा भी समझांदे, ब्रह्मा बाप भी समझांदे।
ਦੋਹਾਂ ਦਾ ਚੱਲਦਾ ਰਹਿੰਦਾ ਹੈ। ਗਿਆਨ ਨੂੰ ਜੋ ਚੰਗੀ ਤਰ੍ਹਾਂ ਸਮਝਾਉਂਦੇ ਨੇ ਉਹ ਤਿੱਖੇ ਕਹਾਂਗੇ। ਨੰਬਰਵਾਰ ਤਾਂ ਹੈ ਨਾ, ਤੁਸੀਂ ਬੱਚੇ ਸਮਝਾਉਂਦੇ ਹੋ। ਰਾਜਧਾਨੀ ਸਥਾਪਨ ਹੋ ਰਹੀ ਹੈ, ਜ਼ਰੂਰ ਨੰਬਰਵਾਰ ਪਦ ਪਾਵਾਂਗੇ। ਆਤਮਾ ਹੀ ਆਪਣਾ ਪਾਠ ਕਲਪ ਕਲਪ ਵਜਾਂਦੀ ਹੈ। ਸਭ ਇੱਕ ਸਮਾਨ ਗਿਆਨ ਨਹੀਂ ਉਠਾਣਗੇ। ਇਹ ਸਥਾਪਨਾ ਬੜੀ ਵੰਡਰਫੁਲ ਹੈ। ਦੂਜੇ ਕੋਈ ਸਥਾਪਨਾ ਦਾ ਗਿਆਨ ਥੋੜੀ ਦਿੰਦੇ ਨੇ। ਸਮਝੋ, ਸਿੱਖ ਧਰਮ ਦੀ ਸਥਾਪਨਾ ਹੋਈ, ਸ਼ੁੱਧ ਆਤਮਾ ਨੇ ਪ੍ਰਵੇਸ਼ ਕੀਤਾ। ਕੁਝ ਸਮੇਂ ਬਾਅਦ ਸਿੱਖ ਧਰਮ ਦੀ ਸਥਾਪਨਾ ਹੋ ਗਈ। ਉਹਨਾਂ ਦਾ ਹੈੱਡ ਕੌਣ? ਸ਼੍ਰੀ ਗੁਰੂ ਨਾਨਕ ਦੇਵ ਜੀ। ਉਸ ਨੇ ਆ ਕੇ ਜਪ ਸਾਹਿਬ ਬਣਾਇਆ। ਪਹਿਲੇ ਨਵੀਆਂ ਆਤਮਾਵਾਂ ਕੀ ਹੋਣਗੀਆਂ? ਕਿਉਂਕਿ ਪਵਿੱਤਰ ਆਤਮਾ ਹੁੰਦੀਆਂ ਨੇ। ਪਵਿੱਤਰ ਨੂੰ ਮਹਾਨ ਆਤਮਾ ਕਹਿੰਦੇ ਨੇ। ਸੁਪਰੀਮ ਇੱਕ ਬਾਪ ਨੂੰ ਕਿਹਾ ਜਾਂਦਾ। ਉਹ ਵੀ ਧਰਮ ਸਥਾਪਨਾ ਕਰਦੇ ਤਾਂ ਮਹਾਨ ਕਹਾਂਗੇ। ਪਰ ਨੰਬਰਵਾਰ ਪਿੱਛੇ ਪਿੱਛੇ ਆਉਂਦੇ ਨੇ। 500 ਵਰੇ ਪਹਿਲੇ ਇੱਕ ਆਤਮਾ ਆਈ, ਆ ਕੇ ਸਿੱਖ ਧਰਮ ਸਥਾਪਨ ਕੀਤਾ। ਉਸ ਸਮੇਂ ਗ੍ਰੰਥ ਕਿੱਥੋਂ ਆਏਗਾ? ਜ਼ਰੂਰ ਸੁਖਮਨੀ ਸਾਹਿਬ, ਜਪਜੀ ਸਾਹਿਬ ਆਦਿ ਬਾਅਦ ਵਿੱਚ ਬੈਠ ਬਣਾਏ ਹੋਣਗੇ। ਕੀ ਸਿੱਖਿਆ ਦਿੰਦੇ ਨੇ? ਉਮੰਗ ਆਂਦਾ ਹੈ। ਬਾਪ ਦੀ ਬੈਠ ਮਹਿਮਾ ਕਰਦੇ ਨੇ। ਸਭ ਦੇ ਸ਼ਾਸਤਰ ਪਿੱਛੇ ਬਣਨਗੇ। ਇਹ ਪੁਸਤਕ ਆਦਿ ਬਾਅਦ ਵਿੱਚ ਬਣਦੇ ਨੇ, ਜਦੋਂ ਬਹੁਤ ਹੋ ਜਾਂਦੇ ਨੇ। ਪੜ੍ਹਨ ਵਾਲੇ ਵੀ ਤਾਂ ਚਾਹੀਦੇ ਨੇ ਨਾ। ਭਗਤੀ ਮਾਰਗ ਸ਼ੁਰੂ ਹੋਏਗਾ ਤਾਂ ਹੀ ਤਾਂ ਸ਼ਾਸਤਰ ਆਦਿ ਬਣਨਗੇ ਤੇ ਪੜ੍ਹਨਗੇ ਵੀ। ਗਿਆਨ ਚਾਹੀਦਾ ਹੈ ਨਾ। ਪਹਿਲੇ ਸਤੋ ਪ੍ਰਧਾਨ, ਫਿਰ ਸਤੋ ਰਜੋ ਤਮੋ ਵਿੱਚ ਆਂਦੀ। ਜਦੋਂ ਬਹੁਤ ਵਿਰਦੀ ਹੋ ਜਾਂਦੀ ਹੈ ਤਾਂ ਮਹਿਮਾ ਹੋਵੇ ਸ਼ਾਸਤਰ ਆਦਿ ਬਣਨ। ਨਹੀਂ ਤਾਂ ਵਿਰਦੀ ਕੌਣ ਕਰੇ? ਫਾਲੋਅਰਸ ਬਣੇ ਨਾ। ਸਿੱਖ ਧਰਮ ਦੀ ਆਤਮਾਵਾਂ ਆਵਨ ਜੋ ਆ ਕੇ ਫਾਲੋ ਕਰਨ। ਇਸ ਵਿੱਚ ਟਾਈਮ ਬਹੁਤ ਚਾਹੀਦਾ ਹੈ। ਨਵੀਆਂ ਆਤਮਾ ਜੋ ਆਂਦੀਆਂ ਨੇ ਉਹਨਾਂ ਨੂੰ ਦੁੱਖ ਹੋ ਨਹੀਂ ਸਕਦਾ। ਲਾ ਨਹੀਂ ਕਹਿੰਦਾ। ਆਤਮਾ ਸਤੋ ਪ੍ਰਧਾਨ ਤੋਂ ਸਤੋ ਰਜੋ ਤਮੋ ਵਿੱਚ ਆਂਦੀ ਹੈ। ਜਦੋਂ ਤਮੋ ਵਿੱਚ ਆਵੇ ਉਦੋਂ ਦੁੱਖ ਹੋਵੇ ਨਾ। ਲਾ ਵੀ ਹੈ, ਇੱਥੇ ਹੈ ਮਿਕਸਅਪ। ਰਾਵਣ ਸੰਪਰਦਾਇ ਵੀ ਹੈ, ਰਾਮ ਸੰਪਰਦਾਇ ਵੀ ਹੈ। ਹਾਲੇ ਤਾਂ ਸੰਪੂਰਨ ਬਣੇ ਨਹੀਂ ਹੋ। ਸੰਪੂਰਨ ਬਣੋਗੇ ਫਿਰ ਸਰੀਰ ਛੱਡ ਦਿਓਗੇ। ਕਰਮਾਤੀਤ ਅਵਸਥਾ ਵਾਲੇ ਨੂੰ ਕੋਈ ਦੁੱਖ ਹੋ ਨਾ ਸਕੇ। ਉਹ ਇਸ ਛੀਛੀ ਦੁਨੀਆ ਵਿੱਚ ਰਹਿ ਨਹੀਂ ਸਕਦੇ। ਉਹ ਚਲੇ ਜਾਣਗੇ। ਬਾਕੀ ਜੋ ਰਹਿਣਗੇ ਉਹ ਕਰਮਾਤੀਤ ਨਹੀਂ ਬਣੇ ਹੋਣਗੇ। ਸਭ ਤਾਂ ਇੱਕ ਨਾਲ ਕਰਮਾਤੀਤ ਹੋ ਨਹੀਂ ਸਕਦੇ। ਭਲੇ ਵਿਨਾਸ਼ ਹੁੰਦਾ ਹੈ ਤਾਂ ਵੀ ਕੁਝ ਬਚਣਗੇ। ਪਰਲੇ ਨਹੀਂ ਹੁੰਦੀ। ਗਾਉਂਦੇ ਵੀ ਨੇ, ਰਾਮ ਗਇਓ ਰਾਵਣ ਗਇਓ, ਜਾਕੋ ਬਹੁ ਪਰਿਵਾਰ। ਰਾਵਣ ਦਾ ਬਹੁਤ ਪਰਿਵਾਰ ਸੀ ਨਾ। ਸਾਡਾ ਪਰਿਵਾਰ ਤਾਂ ਬਹੁਤ ਥੋੜਾ ਹੈ। ਉਹ ਕਿੰਨੇ ਢੇਰ ਧਰਮ ਨੇ। ਵਾਸਤਵ ਵਿੱਚ ਸਭ ਤੋਂ ਵੱਡਾ ਸਾਡਾ ਪਰਿਵਾਰ ਹੋਣਾ ਚਾਹੀਦਾ ਹੈ, ਕਿਉਂਕਿ ਦੇਵੀ ਦੇਵਤਾ ਧਰਮ ਸਭ ਤੋਂ ਪਹਿਲੇ ਹੈ। ਹੁਣ ਤਾਂ ਸਭ ਮਿਕਸਅਪ ਹੋਏ ਨੇ। ਕ੍ਰਿਸਚਨ ਹੀ ਬਹੁਤ ਬਣ ਗਏ। ਜਿੱਥੇ ਮਨੁੱਖ ਸੁੱਖ ਦੇਖਦੇ ਨੇ, ਪੋਜੀਸ਼ਨ ਦੇਖਦੇ ਨੇ, ਉਸ ਧਰਮ ਦਾ ਬਣ ਜਾਂਦੇ ਨੇ। ਜਦੋਂ ਪੋਪ ਆਂਦਾ ਬਹੁਤ ਕ੍ਰਿਸਚਨ ਬਣਦੇ ਨੇ। ਵਿਰਦੀ ਵੀ ਹੁੰਦੀ ਬਹੁਤ ਹੈ। ਸਾਜੂਗ ਵਿੱਚ ਇੱਕ ਬੱਚਾ ਇੱਕ ਬੱਚੀ। ਹੋਰ ਕੋਈ ਧਰਮ ਦੀ ਐਵੇਂ ਵਿਰਦੀ ਨਹੀਂ ਹੁੰਦੀ। ਹੁਣ ਦੇਖੋ, ਸਭ ਤੋਂ ਤਿੱਖੇ ਕ੍ਰਿਸਚਨ ਨੇ ਜੋ ਬਹੁਤ ਬੱਚੇ ਪੈਦਾ ਕਰਦੇ, ਉਹਨਾਂ ਨੂੰ ਇਨਾਮ ਮਿਲਦਾ ਹੈ, ਕਿਉਂਕਿ ਉਹਨਾਂ ਨੂੰ ਮਨੁੱਖ ਚਾਹੀਦੇ ਨੇ ਨਾ। ਜੋ ਮਿਲਟਰੀ ਲਸ਼ਕਰ ਕੰਮ ਵਿੱਚ ਆਏਗਾ ਹੈ ਸਭ ਕ੍ਰਿਸਚਨ। ਰਸ਼ੀਆ, ਅਮਰੀਕਾ ਸਭ ਕ੍ਰਿਸਚਨ ਨੇ। ਕਹਾਣੀ ਵੀ ਹੈ, 2 ਬਾਂਦਰ ਲੜੇ, ਮੱਖਣ ਬਿੱਲਾ ਖਾ ਗਿਆ। ਇਹ ਡਰਾਮਾ ਬਣਿਆ ਹੋਇਆ ਹੈ। ਅੱਗੇ ਤਾਂ ਹਿੰਦੂ ਮੁਸਲਮਾਨ ਇਕੱਠੇ ਰਹਿੰਦੇ ਸੀ। ਜਦੋਂ ਵੱਖ ਹੋਏ ਪਾਕਿਸਤਾਨ ਦੀ ਨਵੀਂ ਰਾਜਧਾਨੀ ਖੜੀ ਹੋ ਗਈ, ਇਹ ਵੀ ਡਰਾਮਾ ਬਣਿਆ ਹੋਇਆ ਹੈ। 2 ਲੜਨਗੇ, ਬਾਰੂਦ ਵੀ ਲੈਣਗੇ, ਧੰਦਾ ਵੀ ਹੋਏਗਾ। ਉੱਚੇ ਤੇ ਉੱਚਾ ਉਹਨਾਂ ਦਾ ਇਹੀ ਧੰਦਾ ਹੈ। ਪਰ ਡਰਾਮਾ ਵਿੱਚ ਵਿਜੇ ਦੀ ਭਾਵੀ ਤੁਹਾਡੀ ਹੈ। 100% ਸਰਟਨ ਹੈ, ਪੱਕਾ ਹੈ। ਤੁਹਾਨੂੰ ਕੋਈ ਵੀ ਜਿੱਤ ਨਹੀਂ ਸਕਦੇ। ਬਾਕੀ ਸਭ ਖਤਮ ਹੋ ਜਾਣਗੇ। ਤੁਸੀਂ ਜਾਣਦੇ ਹੋ ਨਵੀਂ ਦੁਨੀਆ ਵਿੱਚ ਸਾਡਾ ਰਾਜ ਹੋਵੇਗਾ, ਜਿਸ ਦੇ ਲਈ ਤੁਸੀਂ ਪੜ ਰਹੇ ਹੋ। ਲਾਇਕ ਬੰਦੇ ਹੋ। ਤੁਸੀਂ ਲਾਇਕ ਸੀ, ਹੁਣ ਨਾ ਲਾਇਕ ਬਣ ਗਏ ਹੋ। ਫਿਰ ਲਾਇਕ ਬਣਨਾ ਹੈ। ਗਾਉਂਦੇ ਵੀ ਨੇ, ਪਤਿਤ ਪਾਵਨ ਆਓ, ਪਰ ਅਰਥ ਥੋੜੀ ਸਮਝਦੇ ਨੇ।
ਇਹ ਹੈ ਹੀ ਸਾਰਾ ਜੰਗਲ। ਹੁਣ ਬਾਪ ਆਏ ਨੇ ਆ ਕੇ ਕੰਡਿਆਂ ਦੇ ਜੰਗਲ ਨੂੰ ਗਾਰਡਨ ਆਫ ਫਲਾਵਰ ਬਣਾਉਂਦੇ ਨੇ। ਉਹ ਹੈ ਡੀਟੀ ਵਰਡ, ਇਹ ਹੈ ਡੈਵਿਲ ਵਰਡ। ਸਾਰੀ ਮਨੁੱਖ ਸ੍ਰਿਸ਼ਟੀ ਦਾ ਰਾਜ ਸਮਝਾਇਆ ਹੈ। ਇਹ ਤੁਸੀਂ ਹੁਣ ਸਮਝਦੇ ਹੋ। ਅਸੀਂ ਆਪਣੇ ਧਰਮ ਨੂੰ ਭੁੱਲ ਧਰਮ ਭ੍ਰਸ਼ਟ ਹੋ ਗਏ। ਸਭ ਵਿਕਰਮ ਹੀ ਹੁੰਦੇ ਨੇ। ਕਰਮ ਅਕਰਮ ਵਿਕਰਮ ਦੀ ਗਤੀ ਬਾਬਾ ਤੁਹਾਨੂੰ ਸਮਝਾ ਕੇ ਗਏ ਸੀ। ਤੁਸੀਂ ਸਮਝਦੇ ਹੋ ਬਰੋਬਰ। ਕੱਲ ਅਸੀਂ ਇਹੋ ਜਿਹੇ ਸੀ, ਅੱਜ ਅਸੀਂ ਇਹੋ ਜਿਹੇ ਬੰਦੇ ਹਾਂ। ਨਜ਼ਦੀਕ ਹੈ ਨਾ। ਬਾਬਾ ਕਹਿੰਦੇ ਨੇ ਕੱਲ ਤੁਹਾਨੂੰ ਦੇਵਤਾ ਬਣਾਇਆ ਸੀ, ਰਾਜ ਭਾਗ ਦਿੱਤਾ ਸੀ, ਫਿਰ ਉਹ ਕਿੱਥੇ ਚਲਾ ਗਿਆ। ਤੁਹਾਨੂੰ ਸਮ੍ਰਿਤੀ ਆਈ ਹੈ ਭਗਤੀ ਮਾਰਗ ਵਿੱਚ। ਅਸੀਂ ਕਿੰਨਾ ਧਨ ਗਵਾਇਆ। ਕੱਲ ਦੀ ਗੱਲ ਹੈ ਨਾ। ਬਾਪ ਤਾਂ ਹਥੇਲੀ ਤੇ ਬਖਸ਼ਿਸ਼ ਲੈ ਕੇ ਆਂਦੇ ਨੇ। ਇਹ ਗਿਆਨ ਬੁੱਧੀ ਵਿੱਚ ਰਹਿਣਾ ਚਾਹੀਦਾ ਹੈ। ਬਾਬਾ ਨੇ ਸਮਝਾਇਆ ਇਹ ਅੱਖਾਂ ਕਿੰਨੀਆਂ ਧੋਖਾ ਦਿੰਦੀਆਂ ਨੇ। ਕ੍ਰਿਮੀਨਲ ਆਈ ਨੂੰ ਗਿਆਨ ਨਾਲ ਸਿਵਲ ਬਣਾਉਣਾ ਹੈ। ਅੱਛਾ ਮਿੱਠੇ ਮਿੱਠੇ ਸਿੱਖਿਲ ਦੇ ਬੱਚਿਆਂ ਪ੍ਰਤੀ ਮਾਤਾ ਪਿਤਾ ਬਾਪ ਦਾਦਾ ਦਾ ਯਾਦ ਪਿਆਰ ਤੇ ਗੁੱਡ ਮਾਰਨਿੰਗ। ਰੂਹਾਨੀ ਬਾਪ ਦੀ ਰੂਹਾਨੀ ਬੱਚਿਆਂ ਨੂੰ ਨਮਸਤੇ। ਰੂਹਾਨੀ ਬੱਚਿਆਂ ਦੀ ਰੂਹਾਨੀ ਬਾਪ ਦਾਦਾ ਨੂੰ ਨਮਸਤੇ 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 ਜੀ। ਧਾਰਨਾ ਦੇ ਲਈ ਮੁੱਖ ਸਾਧ ਪਹਿਲੀ ਧਾਰਨਾ ਆਪਣੀ ਬੇਖਤ ਦੀ ਡਾਇਰੀ ਵਿੱਚ ਨੋਟ ਕਰਨਾ ਹੈ। ਅਸੀਂ ਯਾਦ ਵਿੱਚ ਰਹਿ ਕੇ ਕਿੰਨਾ ਫਾਇਦਾ ਵਧਾਇਆ। ਘਾਟਾ ਤਾਂ ਨਹੀਂ ਪਿਆ। ਯਾਦ ਦੇ ਸਮੇਂ ਬੁੱਧੀ ਕਿੱਥੇ ਕਿੱਥੇ ਗਈ। ਦੂਜਾ, ਇਸ ਜਨਮ ਵਿੱਚ ਛੋਟੇਪਨ ਤੋਂ ਅਸੀਂ ਕਿਹੜੇ ਕਿਹੜੇ ਉਲਟੇ ਕਰਮ ਅਥਵਾ ਪਾਪ ਹੋਏ ਉਹ ਨੋਟ ਕਰਨਾ ਹੈ। ਜਿਸ ਗੱਲ ਵਿੱਚ ਦਿਲ ਖਾਂਦੀ ਹੈ ਉਸ ਨੂੰ ਬਾਪ ਨੂੰ ਸੁਣਾ ਕੇ ਹਲਕਾ ਹੋ ਜਾਣਾ ਹੈ। ਹੁਣ ਕੋਈ ਵੀ ਪਾਪ ਦਾ ਕੰਮ ਨਹੀਂ ਕਰਨਾ ਹੈ। ਵਰਦਾਨ ਹੈ ਕਰਮ ਬੰਧਨ ਨੂੰ ਸੇਵਾ ਦੇ ਬੰਧਨ ਵਿੱਚ ਪਰਿਵਰਤਨ ਕਰ। ਸਰਬ ਤੋਂ ਨਿਆਰੇ ਪਰਮਾਤਮ ਪਿਆਰੇ ਭਵ। ਕਰਮ ਬੰਧਨ ਨੂੰ ਸੇਵਾ ਦੇ ਬੰਧਨ ਵਿੱਚ ਪਰਿਵਰਤਨ ਕਰ। ਸਰਬ ਤੋਂ ਨਿਆਰੇ ਪਰਮਾਤਮ ਪਿਆਰੇ ਭਵ। ਪਰਮਾਤਮ ਪਿਆਰ ਬ੍ਰਾਹਮਣ ਜੀਵਨ ਦਾ ਆਧਾਰ ਹੈ, ਲੇਕਿਨ ਉਹ ਉਦੋਂ ਮਿਲੇਗਾ ਜਦੋਂ ਨਿਆਰੇ ਬਣੋਗੇ। ਜੇਕਰ ਪ੍ਰਵਿਰਤੀ ਵਿੱਚ ਰਹਿੰਦੇ ਸੇਵਾ ਦੇ ਲਈ ਰਹਿੰਦੇ ਹੋ। ਕਦੇ ਇਹ ਨਾ ਸਮਝੋ ਹਿਸਾਬ ਕਿਤਾਬ ਹੈ, ਕਰਮ ਬੰਧਨ ਹੈ, ਸੇਵਾ ਹੈ। ਸੇਵਾ ਦੇ ਬੰਧਨ ਵਿੱਚ ਬੰਧਨ ਨਾਲ ਕਰਮ ਬੰਧਨ ਖਤਮ ਹੋ ਜਾਂਦਾ ਹੈ। ਸੇਵਾ ਭਾਵ ਨਹੀਂ ਕਰਮ ਬੰਧਨ ਖਿੱਚਦਾ ਹੈ। ਜਿੱਥੇ ਕਰਮ ਬੰਧਨ ਹੈ ਉੱਥੇ ਦੁੱਖ ਦੀ ਲਹਿਰ ਹੈ। ਸੇਵਾ ਦੇ ਬੰਧਨ ਵਿੱਚ ਖੁਸ਼ੀ ਹੈ। ਇਸ ਲਈ ਕਰਮ ਬੰਧਨ ਨੂੰ ਸੇਵਾ ਦੇ ਬੰਧਨ ਵਿੱਚ ਪਰਿਵਰਤਨ ਕਰ ਨਿਆਰੇ ਪਿਆਰੇ ਬਣੋ ਤਾਂ ਪਰਮਾਤਮ ਪਿਆਰੇ ਬਣ ਜਾਓਗੇ। ਸਲੋਗਨ ਹੈ श्रेष्ठ आत्मा वो है जो स्वस्थिति द्वारा हर परिस्थिति नू पार कर लवे। श्रेष्ठ आत्मा वो है जो हर परिस्थिति नू पार कर लवे, स्वस्थिति द्वारा पार कर लवे। अच्छा, ओम शांति।